ਸਾਰੇ ਦੇਖਣ ਵਾਲਿਆਂ ਨੂੰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਿੱਦਾਂ ਇਹ ਸੀਰੀਜ਼ ਚਲਾ ਰਹੇ ਹਾਂ YouTube ਦੀਆਂ, ਸਾਡੇ ਇਸ ਵੇਲੇ ਜਿਹੜੀ ਪਲੇਲਿਸਟ ਚੱਲ ਰਹੀ ਹੈ ਉਹ ਆਨੰਦ ਸੰਸਕਾਰ ਤੇ ਚੱਲ ਰਹੀ ਹੈ। ਮੇਰੇ ਨਾਲ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਵੈਨਕੂਵਰ ਤੋਂ ਹਰ ਵਾਰੀ ਹੁੰਦੇ ਆ। ਸੋ ਅਸੀਂ ਸਾਰੇ ਸਰੋਤਿਆਂ ਦਾ, ਜਿਹੜੇ ਦੇਖਣ ਵਾਲਿਆਂ ਦੇ ਅਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਹੁੰਗਾਰਾ ਭਰਿਆ, ਸਬਸਕ੍ਰਾਈਬ ਕੀਤਾ ਤੇ ਸ਼ੇਅਰ ਕੀਤੀਆਂ। ਜੇ ਤੁਸੀਂ ਹੋਰ ਵੀ ਇਹਨੂੰ ਲਾਈਕ ਕਰ ਰਹੇ ਹੋ ਤਾਂ ਪਲੀਜ਼ ਸ਼ੇਅਰ ਕਰੋ ਤੇ ਕਮੈਂਟਸ ਵੀ ਦਿਓ ਤਾਂ ਕਿ ਅਸੀਂ ਉਹਨਾਂ ਕਮੈਂਟਸ ਦੇ ਉੱਤੇ ਕੁਐਸਚਨ ਆਨਸਰ ਅਸੀਂ ਲੈ ਸਕੀਏ ਤੇ ਸਾਰੇ ਲਾਹਾ ਖੱਟ ਸਕੀਏ। ਅੱਜ ਸਾਡੇ ਕੋਲੋਂ ਕੋਈ 3-4 ਕੁਐਸਚਨ ਆਏ ਹੋਏ ਆ ਆਲਰੇਡੀ, ਜਿਹੜੀਆਂ ਪਿਛਲੀਆਂ ਅਸੀਂ ਉਹਨਾਂ ਬਾਰੇ ਗੱਲ ਕਰਾਂਗੇ ਬਿਫੋਰ ਅਸੀਂ ਲਾਵਾਂ ਤੱਕ ਜਾਣ ਜਾਂ ਉੱਥੋਂ ਤੱਕ ਜਾਣ ਤੋਂ ਪਹਿਲਾਂ। ਭਾਈ ਸਾਹਿਬ, ਪਹਿਲਾਂ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਕੁਐਸਚਨ ਮੈਨੂੰ ਜਿਹੜਾ ਆਇਆ ਉਹ ਇਹ ਹੈ ਕਿ ਜਦੋਂ ਅਸੀਂ ਸਿੱਖੀ ਵਿੱਚ ਬਰਾਬਰਤਾ ਕਰਦੇ ਹਾਂ ਜਾਂ ਸਭ ਕੁਝ ਕਹਿੰਦੇ ਹਾਂ ਤੇ ਇਹ ਕੀ ਕਾਰਨ ਹੈ ਕਿ ਲੜਕੀ ਨੂੰ, ਵਿਆਹੁਤਾ ਲੜਕੀ ਨੂੰ ਖੱਬੇ ਪਾਸੇ ਲੜਕੇ ਦੇ ਬਿਠਾਇਆ ਜਾਂਦਾ? ਇਹਦਾ ਕੋਈ ਗੁਰਮਤ ਨਾਲ ਲੈਣ ਦੇਣਾ ਜਾਂ ਸਮਾਜਿਕ ਜਾਂ ਕਿਹੜਾ ਕਾਰਨ ਹੈ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਹਦੇ 'ਚ ਨਾ ਬਰਾਬਰੀ ਵਾਲੀ ਕੋਈ ਗੱਲ ਨਹੀਂ। ਜੇ ਮੰਨ ਲਓ ਸੱਜੇ ਪਾਸੇ ਬਿਠਾਇਆ ਹੁੰਦਾ ਤਾਂ ਵੀ ਸਵਾਲ ਉੱਠਦਾ ਸੀ, ਸੱਜੇ ਪਾਸੇ ਕਿਉਂ ਬਿਠਾਇਆ ਜਾਂਦਾ? ਕਿਉਂ ਜਿਹੜਾ ਉਹ ਹਰ ਸਵਾਲ ਦੇ ਉੱਤੇ ਨਾਲ ਜਿਹੜਾ ਤੁਰਿਆ ਹੁੰਦਾ, ਜਿਹੜਾ ਖੱਬੇ ਪਾਸੇ ਬਿਠਾਉਣ ਦੀ ਜਿਹੜੀ ਗੱਲ ਆ, ਇਹ ਕੇਵਲ ਦੇਖੋ ਸਾਡੇ ਵਿੱਚ ਹੀ ਨਹੀਂ, ਹਿੰਦੂਆਂ ਵਿੱਚ ਤੇ ਹੈ ਹੀ ਆ। ਈਵਨ ਜਿਹੜੇ ਕ੍ਰਿਸਚਨ ਆ ਉਹਨਾਂ ਵਿੱਚ ਵੀ ਜਦੋਂ ਉਹ ਦੋਵੇਂ ਮੀਆਂ ਬੀਬੀ ਨੂੰ ਖੜੇ ਕਰਦੇ ਆ ਤਾਂ ਜਿਹੜੀ ਬੱਚੀ ਆ, ਵਿਆਹੁਤਾ ਬੱਚੀ ਆ, ਉਹਨੂੰ ਖੱਬੇ ਪਾਸੇ ਹੀ ਖੜਾ ਕੀਤਾ ਜਾਂਦਾ। ਜ਼ਿਆਦਾਤਰ ਜਿਹੜੇ ਕਲਚਰ ਆ ਉਹਨਾਂ ਵਿੱਚ ਖੱਬੇ ਪਾਸੇ ਹੀ ਜਿਹੜਾ ਉਹ ਪਰੰਪਰਾ ਤੁਰੀ ਆ ਰਹੀ ਆ। ਕੇਵਲ ਯਹੂਦੀ ਅਤੇ ਕੁਝ ਕੁ ਹੋਰ ਹੋਣੇ ਆ ਕਿ ਜਿਨ੍ਹਾਂ ਵਿੱਚ ਸੱਜੇ ਪਾਸੇ ਖੜੇ ਕਰਨ ਦੀ ਪਰੰਪਰਾ, ਉਹਨਾਂ ਦਾ ਆਪਣਾ ਇੱਕ ਰੀਜ਼ਨ ਆ, ਉਹਨਾਂ ਕਾਰਨ ਦੱਸਿਆ ਕਿ ਐਸਾ ਕਿਉਂ ਆ। ਉਹ ਆਪਣੇ ਇੱਕ ਧਰਮ ਗ੍ਰੰਥ ਦਾ ਹਵਾਲਾ ਦਿੰਦੇ ਆ ਜਿਹਦੇ ਵਿੱਚ ਦੱਸਿਆ ਆ ਕਿ ਜਿਹੜੀ ਕੁਈਨ ਹੈਗੀ ਆ ਉਹ ਸੱਜੇ ਪਾਸੇ ਬੈਠੇ। ਜਿਹੜੀ ਕ੍ਰਿਸਚੈਨਿਟੀ ਆ ਉਹਨਾਂ ਦਾ ਆਪਣਾ ਤਰਕ ਆ। ਔਰ ਜੇਕਰ ਅਸੀਂ ਬਿਲਕੁਲ ਸਪਸ਼ਟ ਸ਼ਬਦਾਂ ਵਿੱਚ ਇਹਦਾ ਉੱਤਰ ਲੱਭਣਾ ਹੋਵੇ ਤਾਂ ਇਹ ਆਖਿਆ ਜਾ ਸਕਦਾ ਕਿ ਠੀਕ ਜਿਹੜਾ ਕਾਰਨ ਆ ਉਹ ਕੋਈ ਵੀ ਨਹੀਂ ਦੱਸਦਾ, ਨਾ ਕਿਸੇ ਨੂੰ ਪਤਾ, ਸਿਵਾਏ ਇਸ ਦੇ ਕਿ ਇੱਕ ਪਰੰਪਰਾਗਤ ਰੂਪ ਵਿੱਚ ਤੁਰੇ ਆ ਰਹੇ ਆ। ਕ੍ਰਿਸਚੈਨਿਟੀ ਇਹ ਤਰਕ ਦਿੰਦੇ ਉਹਨਾਂ ਦਾ ਜੋ ਇੱਕ ਤੋਂ ਵੱਧ ਤਰਕ ਆ, ਪਰ ਜਿਹੜਾ ਆਮ ਪ੍ਰਚਲਿਤ ਆ ਉਹਨਾਂ ਦਾ ਮੰਨਣਾ ਇਹ ਆ ਕਿ ਪੁਰਾਣਿਆਂ ਸਮਿਆਂ ਵਿੱਚ ਜਦੋਂ ਵਿਆਹ ਦਾ ਸਮਾਂ ਆਉਂਦਾ ਸੀ ਤਾਂ ਕਈ ਵਾਰ ਐਨ ਮੌਕੇ ਤੇ ਜਿਹੜੀ ਦੂਜੀ ਧਿਰਾ ਉਹ ਜ਼ਬਰਦਸਤੀ ਆ ਕੇ ਉਹ ਉੱਥੋਂ ਲੜਕੀ ਨੂੰ, ਬੱਚੀ ਨੂੰ ਉਠਾ ਕੇ ਲੈ ਜਾਂਦੇ ਸੀ। ਤਾਂ ਖੱਬੇ ਪਾਸੇ ਇਸ ਲਈ ਬਿਠਾਇਆ ਜਾਂਦਾ ਸੀ ਕਿ ਤਾਂ ਕਿ ਜਿਹੜਾ ਲਾੜਾ ਉਹ ਤਲਵਾਰ ਨਾਲ ਆਪਣੀ ਵਹੁਟੀ ਨੂੰ, ਜੋ ਉਹਦੀ ਵਹੁਟੀ ਬਣਨ ਜਾ ਰਹੀ ਆ, ਉਹਨੂੰ ਪ੍ਰੋਟੈਕਟ ਕਰ ਸਕੇ, ਉਹਦੀ ਰੱਖਿਆ ਕਰ ਸਕੇ। ਉਹਦੀ ਖੱਬੇ ਪਾਸੇ ਰੱਖਿਆ ਕਰਦਾ ਹੋਇਆ ਉਹ ਸੱਜੇ ਹੱਥ ਨਾਲ ਤਲਵਾਰ ਦੀ ਵਰਤੋਂ ਕਰ ਸਕੇ। ਉਹਨਾਂ ਦਾ ਇਹ ਤਰਕ ਆ। ਇਸ ਤੋਂ ਇਲਾਵਾ ਕੁਝ ਹੋਰ ਤਰਕ ਵੀ ਆ, ਆਪਾਂ ਅਗਰ ਇਸ ਵਿਸਤਾਰ ਵਿੱਚ ਨਾ ਜਾਈਏ। ਜਿਹੜਾ ਹਿੰਦੂ ਵੀਰਾਂ ਦੇ, ਇਹਨਾਂ ਵਿੱਚ ਵੀ ਵੱਖੋ ਵੱਖਰੀਆਂ ਧਾਰਨਾ, ਜਿਹੜੀ ਇਹਨਾਂ ਦੀ ਜਿਹੜੀ ਧਾਰਮਿਕ ਮਰਿਆਦਾ, ਜੋ ਸ਼ਾਸਤਰਾਂ ਦੀ ਮਰਿਆਦਾ, ਉਹਨਾਂ ਵਿੱਚ ਤਾਂ ਇਸ ਸੱਜੇ ਖੱਬੇ ਦਾ ਇਸ ਤਰ੍ਹਾਂ ਕੋਈ ਸਵਾਲ ਨਹੀਂ ਉਠਾਇਆ ਹੋਇਆ, ਬਲਕਿ ਸੱਜੇ ਖੱਬੇ ਦੋਵਾਂ ਦਾ ਜ਼ਿਕਰ ਮਿਲਦਾ। ਪਰ ਹਾਂ, ਜਿਹੜੀ ਹੁਣ ਉਹਨਾਂ ਵਿੱਚ ਰੀਤ ਪ੍ਰਚਲਿਤ ਹੋ ਗਈ ਹੋਈ ਆ ਉਹ ਖੱਬੇ ਪਾਸੇ ਦੀ ਆ। ਅਸੀਂ ਜਿਵੇਂ ਮੇਰੇ ਖਿਆਲ ਜਿਹੜਾ ਪਹਿਲਾ ਆਨੰਦ ਸੰਸਕਾਰ ਦਾ ਐਪੀਸੋਡ ਸੀ, ਅਸੀਂ ਉਹਦੇ ਵਿੱਚ ਇਹ ਗੱਲ ਕੀਤੀ ਸੀ ਕਿ ਜਦੋਂ ਜਿਹੜਾ ਵਿਆਹ ਹੁੰਦਾ, ਵਿਆਹ ਦੇ ਸਮੇਂ ਜਿਹੜੇ ਫੇਰੇ ਆ, ਈਵਨ ਹਿੰਦੂ ਪਰੰਪਰਾ ਵਿੱਚ ਵੀ ਸ਼ਾਸਤਰਾਂ ਦੀ ਮਰਿਆਦਾ ਅਨੁਸਾਰ ਪਹਿਲਾਂ 4 ਫੇਰਿਆਂ ਦੀ ਹੀ ਪਰੰਪਰਾ ਸੀ। ਉਹਨਾਂ ਵਿੱਚ ਵੀ ਜਿਹੜੇ ਸੱਤ ਫੇਰੇ ਆ, ਐਕਚੁਅਲੀ ਇਹ ਸਬਤਪਦੀ, ਇਹ ਸੱਤ ਬਚਨ ਆ ਜਿਹੜੇ ਕਿ ਬੱਚੀ ਆਪਣੇ ਹੋਣ ਵਾਲੇ ਪਤੀ ਤੋਂ ਮੰਗਦੀ ਆ, ਉਹ ਪ੍ਰਣ ਕਰਾਉਂਦੀ ਆ ਕਿ ਜੇਕਰ ਤੂੰ ਇਹ ਪ੍ਰਣ ਕਰਦਾ ਤਾਂ ਮੈਂ ਤੇਰੇ ਪਾਸੇ ਖੱਬੇ ਪਾਸੇ ਬਹਿਣ ਨੂੰ ਤਿਆਰ ਹਾਂ, ਖੱਬੇ ਪਾਸੇ ਬੈਠੂਗੀ। ਇਸਤਰੀ ਨੂੰ ਬਾਮੰਗੀ ਵੀ ਆਖਿਆ ਜਾਂਦਾ, ਔਰ ਬਾਮੰਗੀ ਦਾ ਅਰਥ ਇਹੀ ਹੈ ਜਦੋਂ ਖੱਬੇ ਪਾਸੇ ਬੈਠਦੀ ਆ। ਔਰ ਉਹਨਾਂ ਵਿੱਚ ਹੁਣ ਇਹ ਪ੍ਰਚਲਿਤ ਹੋ ਗਿਆ
ਕਿ ਜਦੋਂ ਵੀ ਕੋਈ ਧਾਰਮਿਕ ਕਾਰਜ ਹੋਣਾ ਤਾਂ ਉਸ ਸਮੇਂ ਜਿਹੜੀ ਪਤਨੀ ਆ ਉਹਨੇ ਖੱਬੇ ਪਾਸੇ ਹੀ ਮਰਦ ਦੇ ਬੈਠਣਾ। ਪਰ ਸਾਡੇ ਵਿੱਚ ਜਿਹੜਾ ਐਸੀ ਗੱਲ ਨਹੀਂ, ਉਹਨਾਂ ਵਿੱਚ ਜਿਹੜਾ ਉੱਤਰ ਦਿੱਤਾ ਗਿਆ ਉਹ ਵੱਖੋ ਵੱਖਰੇ ਉੱਤਰ ਆ। ਇੱਕ ਤਾਂ ਉਹ ਆਖਦੇ ਆ ਜੋਤਿਸ਼ ਅਨੁਸਾਰ ਜਿਹੜਾ ਇੱਕ ਦਾ ਜਿਹੜਾ ਸੱਜਾ ਪਾਸਾ ਉਹ ਸ਼ੁਭ ਹੁੰਦਾ, ਦੂਜੇ ਦਾ ਖੱਬਾ ਪਾਸਾ ਸ਼ੁਭ ਹੁੰਦਾ। ਫਿਰ ਉਹਨਾਂ ਦਾ ਇਹ ਵੀ ਮਾਨਤਾ ਕਿ ਜਿਹੜਾ ਜੋਤਿਸ਼ ਜਦੋਂ ਹਸਤ ਰੇਖਾ ਜਿਹੜਾ ਵਿਗਿਆਨ ਆ ਇਹਦੇ ਵਿੱਚ ਮਰਦ ਦਾ ਹੱਥ ਦਾ ਸੱਜਾ ਦੇਖਿਆ ਜਾਂਦਾ, ਇਸਤਰੀ ਦਾ ਖੱਬਾ ਦੇਖਿਆ ਜਾਂਦਾ, ਮੰਨਿਆ ਜਾਂਦਾ। ਇਸ ਤੋਂ ਇਲਾਵਾ ਮੰਨਿਆ ਜਾਂਦਾ ਕਿ ਸ਼ਿਵ ਜੀ ਜਿਹੜੇ ਆ ਉਹਨਾਂ ਨੇ ਜਿਹੜੀ ਔਰਤ ਆ ਉਹ ਆਪਣੀ ਖੱਬੀ ਬੱਖੀ ਵਿੱਚੋਂ ਜਿਹੜੀ ਆ ਉਹ ਪੈਦਾ ਕੀਤੀ ਸੀ। ਇੱਕ ਇਤਿਹਾਸਕ ਕਥਾ ਮਿਥਾ ਉਹਨਾਂ ਦੇ ਪ੍ਰਚਲਿਤ ਇਹ ਕਹਾਣੀ ਆ। ਤੋ ਇਸ ਲਈ ਪਾਰਵਤੀ ਜਿਹੜੀ ਉਹ ਖੱਬੇ ਪਾਸੇ ਬਹਿੰਦੀ ਆ। ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾਂਦਾ ਕਿ ਜਿਹੜੀ ਇਸਤਰੀ ਆ ਇਹਦੇ ਵਿੱਚ ਜਿਹੜੇ ਉਹ ਕ੍ਰੀਏਟੀਵਿਟੀ ਜਿਹੜੀ ਆ, ਰਚਨਾਤਮਕਤਾ ਦਾ ਗੁਣ, ਕੋਮਲਤਾ, ਜਿਹੜਾ ਆਦਮੀ ਆ ਇਹ ਕਰਮ ਪ੍ਰਧਾਨ ਆ। ਇਸ ਲਈ ਜਿਵੇਂ ਦੋਵਾਂ ਦਾ ਸੁਮੇਲ ਹੁੰਦਾ ਤਾਂ ਇਹਦੇ ਵਿੱਚ ਸਫਲਤਾ ਮਿਲਣੀ ਜਿਹੜੀ ਆ ਉਹ ਨਿਸ਼ਚਿਤ ਹੁੰਦੀ ਆ, ਤੈਅ ਹੁੰਦੀ ਆ। ਤੋ ਇਸ ਤਰ੍ਹਾਂ ਵੱਖੋ ਵੱਖਰੇ ਕਾਰਨ ਦਿੱਤੇ ਹੋਏ ਆ। ਔਰ ਇਹਨਾਂ ਵਿੱਚ ਵੀ ਜਿਹੜਾ ਇੱਕ ਇਹ ਵੀ ਜਿਹੜਾ ਉਹ ਧਾਰਨਾ ਹੈਗੀ ਆ ਕਿ ਮਰਦ ਜਿਹੜਾ ਇਹ ਵੀ ਜਿਹੜੀ ਇੱਕ ਪਰੰਪਰਾਗਤ ਮੌਖਿਕ ਰੂਪ ਵਿੱਚ ਤੁਰਿਆ ਆ ਰਿਹਾ ਕਿ ਜਿਹੜਾ ਮਰਦ ਆ, ਕਿਉਂਕਿ ਮਰਦ ਪ੍ਰਧਾਨ ਸਮਾਜ ਰਿਹਾ, ਇਸ ਲਈ ਮਰਦ ਦੀ ਪ੍ਰਧਾਨਗੀ ਦੇ ਰੂਪ ਵਿੱਚ ਦਰਸਾਇਆ ਗਿਆ। ਪਰ ਕਿਤੇ ਕਿਤੇ ਇਹ ਵੀ ਆਖਿਆ ਗਿਆ ਕਿ ਜਿਹੜਾ ਖੱਬੇ ਪਾਸੇ ਬੈਠਣਾ ਇਹ ਸਤਿਕਾਰ ਦਾ ਚਿੰਨ੍ਹ। ਇਹ ਹੁਣ ਨਿਰਭਰ ਕਰਦਾ ਕਿ ਕਿਸ ਕਲਚਰ ਵਿੱਚ, ਸੱਭਿਆਚਾਰ ਵਿੱਚ ਕਿਸ ਨੂੰ ਕਿਸ ਰੂਪ ਵਿੱਚ ਮੰਨਿਆ ਜਾ ਰਿਹਾ, ਉਹਦੇ ਵਿੱਚ ਉਹਨੂੰ ਕਿਹਦਾ ਚਿੰਨ੍ਹ ਮੰਨਿਆ ਜਾ ਰਿਹਾ। ਦੇਖੋ, ਜ਼ਰੂਰੀ ਨਹੀਂ ਕਿ ਜਿਹੜਾ ਸਾਡੇ ਸੱਭਿਆਚਾਰ ਵਿੱਚ ਜਿਹੜਾ ਉਹ ਚੰਗਾ ਸ਼ਗਨ ਆ, ਚੰਗੀ ਗੱਲ ਆ, ਦੂਜੇ ਵਿੱਚ ਵੀ ਉਹੀ ਹੋਵੇ। ਇਹ ਤੁਸੀਂ ਦੇਖੋ ਕਿ ਵੱਖੋ ਵੱਖਰੇ ਸੱਭਿਆਚਾਰਾਂ ਵਿੱਚ ਵੱਖੋ ਵੱਖਰੇ ਜਿਹੜੀਆਂ ਇਹਦੇ ਬਾਰੇ ਉਹਨਾਂ ਦੀਆਂ ਮਨੌਤਾਂ, ਕਿਸੇ ਨੇ ਇਸ ਨੂੰ ਚੰਗਾ ਪ੍ਰਤੀਕ ਮੰਨਿਆ, ਕਿਸੇ ਨੇ ਅਸ਼ੁਭ ਮੰਨਿਆ। ਤੋ ਸਾਡੇ ਵਿੱਚ ਜਿਹੜਾ ਅਸਲ ਵਿੱਚ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ, ਪਰ ਕਿਉਂਕਿ ਇਹ ਤੁਰਿਆ ਆਉਂਦਾ ਸੀ। ਦੇਖੋ, ਇਹ ਭਾਵੇਂ ਹੋ ਸਕਦਾ ਜਿਹੜੇ ਸਾਡੇ ਸਰੋਤੇ ਸੁਣਨ ਵਾਲੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਇਹ ਗੱਲ ਜਿਹੜੀ ਆ ਉਹ ਬੜੀ ਹੈਰਾਨਕੁਨ ਲੱਗੇ ਕਿ ਸਾਡੇ ਵਿੱਚ ਜਿਹੜੀਆਂ ਲਾਵਾਂ, ਅਸੀਂ ਲਾਵਾਂ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਬੱਚੀ ਬੱਚਾ ਫੇਰੇ ਕਰਦੇ ਆ। ਇਸ ਤੋਂ ਇਲਾਵਾ ਜੋ ਬਾਕੀ ਜੋ ਕੁਝ ਵੀ ਆ ਉਹ ਸਾਡੇ ਵਿੱਚ ਸਿੱਖ ਸੱਭਿਆਚਾਰ ਦਾ ਅੰਗ ਨਹੀਂ, ਉਹ ਬਲਕਿ ਜੋ ਹਿੰਦੂ ਸਮਾਜ ਵਿੱਚ ਜਾਂ ਪੰਜਾਬ ਵਿੱਚ ਜੋ ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਪ੍ਰਚਲਿਤ ਸੀ, ਅੱਜ ਵੀ ਹੈ। ਸਾਡੇ ਵਿੱਚ ਉਹੀ ਸਭ ਕੁਝ ਜਿਹੜਾ ਉਹ ਪ੍ਰਚਲਿਤ ਆ। ਸਾਡੇ ਆਨੰਦ ਦਾ ਜਿਹੜਾ ਦੂਜਾ ਪੱਖ ਆ, ਜਿਹੜਾ ਲੋਕਿਕ ਆ, ਕੁਲ ਰੀਤ ਆ, ਰਸਮਾਂ, ਉਹ ਸਾਰੀਆਂ ਦੀਆਂ ਸਾਰੀਆਂ ਅਸੀਂ ਉਹੀ ਕਰਦੇ ਹਾਂ। ਸਾਡੇ ਵਿੱਚ ਅਜੇ ਉਹ ਜਿਹੜਾ ਵੱਖਰਾਪਨ ਆ, ਭਾਵੇਂ ਉਸ ਉਂਝ ਅਸੀਂ ਕਹਿੰਦੇ ਹਾਂ ਕਿ ਸਾਡਾ ਇੱਕ ਵੱਖਰਾਪਨ ਆ, ਅਸੀਂ ਉਹਨਾਂ ਨਾਲੋਂ ਵੱਖਰੇ ਹਾਂ, ਪਰ ਇੱਥੇ ਆ ਕੇ ਜਿਹੜਾ ਸਾਡਾ ਵੱਖਰਾਪਨ ਆ ਉਹ ਸਿਰਫ ਇੱਥੇ ਹੀ ਨਜ਼ਰ ਆਉਂਦਾ ਆਨੰਦ ਵਿੱਚ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਤੋਂ ਲਾਵਾਂ ਦਾ ਪੜ੍ਹਿਆ ਜਾਣਾ, ਕੀਰਤਨ ਹੋਣਾ, ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਪ੍ਰਕਰਮਾ ਕਰਨੀਆਂ। ਬਾਕੀ ਤੁਸੀਂ ਜੋ ਕੁਝ ਵੀ ਦੇਖੋਗੇ ਉਹ ਸਾਰਾ ਕੁਝ ਉਹੀ ਆ ਜੋ ਖਾਸ ਤੌਰ ਤੇ ਹਿੰਦੂ ਸਮਾਜ ਵਿੱਚ ਪ੍ਰਚਲਿਤ ਆ। ਪਰ ਸਾਡੇ ਵਿੱਚ ਬਹੁਤ ਕੁਝ ਐਸਾ ਵੀ ਪ੍ਰਚਲਿਤ ਆ ਜਿਹੜਾ ਪਿਛੋਕੜ ਇਸਲਾਮ ਆ। ਤੋ ਇਸ ਲਈ ਇਹ ਸਵਾਲ ਨਹੀਂ ਕਿ ਕੋਈ ਨਾ ਕੋਈ ਸਾਨੂੰ ਡਿਸਪਲਿਨ ਬਣਾਉਣਾ ਪੈਂਦਾ। ਇਹ ਗੱਲਾਂ ਜਿਹੜੀਆਂ ਇਹਨਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ, ਕੋਈ ਲੈਣ ਦੇਣ ਨਹੀਂ। ਖਾਸ ਤੌਰ ਤੇ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ, ਗੁਰਮਤਿ ਦ੍ਰਿਸ਼ਟੀਕੋਣ ਤੋਂ ਗੱਲ ਕਰਦੇ ਹਾਂ, ਤਾਂ ਇਹਨਾਂ ਗੱਲਾਂ ਦਾ ਧਰਮ ਨਾਲ ਕੋਈ ਲੈਣ ਦੇਣ ਨਹੀਂ। ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਜੇ ਸੱਜੇ ਪਾਸੇ ਬਿਠਾਇਆ ਹੁੰਦਾ ਤਾਂ ਸਵਾਲ ਫਿਰ ਉੱਠਦਾ ਸੱਜੇ ਪਾਸੇ ਕਿਉਂ। ਤੋ ਆਖਰ ਕੋਈ ਨਾ ਕੋਈ ਤਾਂ ਡਿਸਪਲਿਨ ਜਿਹੜਾ ਤੁਹਾਨੂੰ ਉਹ ਅਪਣਾਉਣਾ ਹੀ ਪੈਣਾ, ਤਾਂ ਕਿ ਛੋਟੇ ਛੋਟੀਆਂ ਗੱਲਾਂ ਨੂੰ ਲੈ ਕੇ ਸਾਡੇ ਵਿੱਚ ਵਾਦ ਵਿਵਾਦ ਪੈਦਾ ਨਾ ਹੋ ਜਾਵੇ। ਹੁਣ ਜੇਕਰ ਮੰਨ ਲਓ ਕੋਈ ਨਿਯਮ ਨਾ ਹੋ, ਜਿਵੇਂ ਕਿ ਨਿਯਮ ਨਹੀਂ, ਤਾਂ ਇੱਕ ਕਹਿੰਦਾ ਜੀ ਇੰਜ ਹੋਣਾ ਚਾਹੀਦਾ, ਦੂਜਾ ਕਹਿੰਦਾ ਨਹੀਂ ਜੀ ਇੰਜ ਹੋਣਾ ਚਾਹੀਦਾ। ਜਿੱਥੇ ਖਾਸ ਤੌਰ ਤੇ ਸੱਭਿਆਚਾਰਾਂ ਦਾ ਆਪਸ ਵਿੱਚ ਟਕਰਾਅ, ਕੋਈ ਤਾਲਮੇਲ ਨਹੀਂ, ਤਾਂ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਆਪਸ ਵਿੱਚ ਮਤਭੇਦ ਪੈਦਾ ਹੋ ਜਾਂਦੇ ਆ। ਉਹ ਕਈ ਵਾਰ ਇੰਨੇ ਜ਼ਿਆਦਾ ਹੋ ਜਾਂਦੇ ਆ ਕਿ ਦੂਰੀਆਂ ਵੱਧ ਜਾਂਦੀਆਂ, ਇੰਨੀਆਂ ਤਰੇੜਾਂ ਪੈ ਜਾਂਦੀਆਂ ਕਿ ਰਿਸ਼ਤਾ ਫਿਰ ਜਿਹੜਾ ਉਹ ਲੀਹਾਂ ਤੇ ਆਉਂਦਾ ਹੀ ਨਹੀਂ। ਤੋ ਇਸ ਲਈ ਇਹ ਗੱਲ ਜਿਹੜੀ ਹੈ ਮਹੱਤਵਪੂਰਨ ਨਹੀਂ। ਇਹਦੇ ਵਿੱਚ ਕੋਈ ਉੱਚਾ ਜਾਂ ਨੀਵੇਂ ਵਾਲੀ ਗੱਲ ਨਹੀਂ ਕਿ ਕੋਈ ਪਹਿਲਾਂ ਤੁਰੇ, ਅੱਗੇ ਤੁਰਿਆ, ਕੋਈ ਪਿੱਛੇ ਤੁਰੇ ਆ। ਆਖਰ ਸਾਨੂੰ ਕੋਈ ਨਾ ਕੋਈ ਸਿਸਟਮ ਜਿਹੜਾ ਅਪਣਾਉਣਾ ਪੈਣਾ। ਔਰ ਇਹ ਵੀ ਇੱਕ ਦਰਸਾਉਂਦਾ ਕਿ ਅਸੀਂ ਜਿਹੜਾ ਉਹ ਇੱਕ ਸਮਝੌਤੇ ਦੇ ਤਹਿਤ
ਅਸੀਂ ਦੋਵੇਂ ਰਜ਼ਾਮੰਦੀ ਪ੍ਰਗਟਾ ਰਹੇ ਹਾਂ ਔਰ ਜੀਵਨ ਦਾ ਸਫ਼ਰ ਅਸੀਂ ਇਹੋ ਜਿਹੇ ਕਿੰਤੂਆਂ ਪਰੰਤੂਆਂ ਤੋਂ ਉੱਪਰ ਉੱਠ ਕੇ ਅਸੀਂ ਆਪਸ ਸਹਿਯੋਗ ਨਾਲ ਅਸੀਂ ਤੈਅ ਕਰਨ ਲਈ ਸ਼ੁਰੂ ਕਰਨ ਲਈ ਰਜ਼ਾਮੰਦੀ ਪ੍ਰਗਟਾ ਰਹੇ ਹਾਂ। ਤੋ ਇਸ ਲਈ ਇਹਦੇ ਵਿੱਚ ਕੋਈ ਧਾਰਮਿਕਤਾ ਦਾ ਕੋਈ ਸਵਾਲ ਨਹੀਂ, ਕੋਈ ਰੂਹਾਨੀਅਤ ਨਹੀਂ। ਇੱਕ ਇੰਜ ਆਖ ਸਕਦੇ ਆ ਪਰੰਪਰਾਗਤ ਰੂਪ ਵਿੱਚ ਇਹ ਤੁਰੇ ਆ ਰਹੇ ਆ। ਇਹਦੇ ਵਿੱਚ ਇਹ ਨਹੀਂ ਕਿ ਇਸਤਰੀ ਜਿਹੜੀ ਉਹ ਨੀਵੀਂ ਆ, ਮਰਦ ਉੱਚਾ, ਜਾਂ ਮਰਦ ਦੀ ਪ੍ਰਧਾਨਤਾ, ਇਸਤਰੀ ਜਿਹੜੀ ਉਹ ਗੁਲਾਮ ਆ, ਇਸ ਤਰ੍ਹਾਂ ਦੀ ਇਹਦੇ ਵਿੱਚ ਕੋਈ ਧਾਰਨਾ ਨਹੀਂ। ਠੀਕ ਹੈ ਜੀ। ਤੁਸੀਂ ਇਹਦੇ ਵਿੱਚੋਂ ਹੀ ਗੱਲ ਕੀਤੀ ਕਿ ਕਈ ਅਸੀਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ ਕਿ ਕੁੱਲ ਰੀਤ ਹੈਗੀ ਹੈ, ਕਈ ਵਾਰੀ ਉਸ ਵੇਲੇ ਦੀਆਂ ਰੀਤਾਂ ਹੈ, ਉਸ ਸਮਾਜ ਦੀਆਂ ਰੀਤਾਂ। ਇਹ ਵੀ ਵੇਖਣ ਨੂੰ ਮਿਲਿਆ ਕਿ ਕਈ ਰੀਤਾਂ ਜਿਹੜੀਆਂ ਉਹ ਵਕਤ ਦੇ ਨਾਲ ਵੀ ਚੇਂਜ ਹੁੰਦੀਆਂ ਰਹਿੰਦੀਆਂ, ਜਾਂ ਜਿਸ ਥਾਂ ਤੇ ਅਸੀਂ ਰਹਿ ਰਹੇ ਹਾਂ ਉਸ ਥਾਂ ਦੇ ਮੁਤਾਬਿਕ ਵੀ ਹੋ ਰਹੀਆਂ ਜੀ। ਸੋ ਇਹਨਾਂ ਨੂੰ ਸਰੋਤਿਆਂ ਨੇ ਕਿਹਾ ਕਿ ਥੋੜਾ ਜਿਹਾ ਹੋਰ ਐਕਸਪਲੇਨ ਕਰੋ ਕਿ ਇਹ ਜਿਹੜੀਆਂ 3 ਰੀਤਾਂ ਅਸੀਂ ਪਹਿਲੇ ਕੀਤੀਆਂ, ਕੀ ਉਹਦੇ ਵਿੱਚ ਵਕਤ ਤੇ ਜਿਸ ਥਾਂ ਤੇ ਅਸੀਂ ਰਹਿ ਰਹੇ ਹਾਂ ਉਹਦਾ ਨਾਲ ਵੀ ਬਦਲਦੀਆਂ ਪਈਆਂ ਇਹ ਰੀਤਾਂ? ਨਹੀਂ ਜੀ, ਬਿਲਕੁਲ ਬਦਲ ਰਹੀਆਂ। ਹਾਂਜੀ। ਅਸੀਂ ਪਹਿਲਾਂ ਪਹਿਲੇ ਐਪੀਸੋਡ ਵਿੱਚ ਹੀ ਗੱਲ ਕੀਤੀ ਸੀਗੀ ਕਿ ਵਿਆਹ ਨਾਲ ਸੰਬੰਧਿਤ ਜਿਹੜੀਆਂ ਸਾਡੀਆਂ ਰਸਮਾਂ ਰੀਤਾਂ, ਇਹਨਾਂ ਵਿੱਚ 3 ਤਰ੍ਹਾਂ ਦੀਆਂ ਰਸਮਾਂ ਰੀਤਾਂ ਦੀ ਸ਼ਮੂਲਤ ਆ। ਇੱਕ ਜਿਹੜੀ ਸਾਡੀ ਕੁੱਲ ਰੀਤ ਆ, ਦੂਜੀ ਲੋਕ ਰੀਤ ਆ, ਤੋਂ ਧਾਰਮਿਕ ਰੀਤ। ਇਹਨੂੰ ਕਈ ਨਾ ਦੋਹਾਂ ਹਿੱਸਿਆਂ ਵਿੱਚ ਵੰਡਿਆ। ਇੱਕ ਭਾਈਚਾਰਕ ਜਿਹੜੀ ਰਸਮਾਂ ਰਿਵਾਜ ਆ, ਦੂਜਾ ਜਿਹੜਾ ਸਾਡਾ ਉਹ ਧਾਰਮਿਕ। ਜਿਹੜੀ ਕੁੱਲ ਰੀਤ ਆ, ਕੁੱਲ ਰੀਤ ਵਿੱਚ ਕੀ ਹੁੰਦਾ ਕਿ ਜੋ ਸਾਡੇ ਕਈ ਪਰਿਵਾਰਾਂ ਦੀ ਉਹਨਾਂ ਦੇ ਕੁੱਲ ਵਿੱਚ ਕੋਈ ਪਰੰਪਰਾ ਤੁਰੀ ਆ ਰਹੀ ਹੁੰਦੀ ਆ ਕਿ ਜਿਵੇਂ ਕਈ ਜਠੇਰਿਆਂ ਦੀ ਪੂਜਾ ਕਰਦੇ ਆ। ਹਾਂਜੀ। ਉੱਥੇ ਜਦੋਂ ਨਵਿਆਹ ਤੇ ਜੋੜਾ ਜਿਹਾ ਲੈ ਕੇ ਜਾਂਦੇ ਆ, ਉਹਨਾਂ ਤੋਂ ਆਸ਼ੀਰਵਾਦ ਲੈਂਦੇ ਆ। ਵੱਖੋ ਵੱਖਰੇ ਢੰਗ ਨਾਲ ਹਰ ਇੱਕ ਦਾ ਜਿਹੜਾ ਆਪਣਾ ਜਠੇਰਾ, ਉਹ ਪਰਿਵਾਰ ਦਾ, ਕੁਲ ਦਾ, ਉਹਨਾਂ ਦਾ ਆਪਣਾ ਜਠੇਰਾ, ਉਹ ਜਾ ਕੇ ਉਹਦੀ ਪੂਜਾ ਕਰਦੇ ਆ। ਬਹੁਤ ਸਾਰੀਆਂ ਹੋਰ ਐਸੀਆਂ ਜਿਹੜੀਆਂ ਕਿ ਕਿਸੇ ਖਾਸ ਕੁਲ ਤੱਕ ਹੀ ਸੀਮਤ ਹੁੰਦੀਆਂ। ਜਿਹੜੇ ਵਿਸ਼ਵਾਸ ਜਿਹੜੀ ਰੀਤਾਂ ਉਹ ਦੂਜੇ ਪਰਿਵਾਰਾਂ ਵਿੱਚ, ਦੂਜੇ ਕੁਲ ਵਿੱਚ, ਦੂਜੇ ਸਮਾਜ ਵਿੱਚ, ਸੁਸਾਇਟੀ ਵਿੱਚ ਨਹੀਂ ਹੁੰਦੀਆਂ, ਉਹ ਕੇਵਲ ਉਹਨਾਂ ਤੱਕ ਹੀ ਸੀਮਤ ਹੁੰਦੀਆਂ। ਜਿਹੜੀ ਲੋਕ ਰੀਤ ਵਿੱਚ ਜਦੋਂ ਭਾਈਚਾਰਕ ਵੀ ਆਪਾਂ ਕਹਿ ਸਕਦੇ ਹਾਂ, ਇਹਦੇ ਵਿੱਚ ਹੀ ਹੁੰਦਾ ਜਿੱਥੇ ਅਸੀਂ ਰਹਿ ਰਹੇ ਹਾਂ। ਦੇਖੋ ਪਹਿਲਾ ਜਿਹੜਾ ਸਮਾਂ ਸੀਗਾ, ਪਹਿਲਾ ਸਮਾਂ ਜਿਹੜਾ ਸੀਗਾ ਉਹ ਅਸੀਂ ਜਿੱਥੇ ਰਹਿੰਦੇ ਹਾਂ, ਜ਼ਿੰਦਗੀ ਭਰ ਕੀ ਪੀੜ੍ਹੀਆਂ ਉੱਥੇ ਹੀ ਰਹਿੰਦੀਆਂ ਸੀ। ਉਹ ਇੱਕ ਖਾਸ ਚੌਗਿਰਦਾ ਹੁੰਦਾ ਸੀ, ਜਿਸ ਚੌਗਿਰਦੇ ਵਿੱਚ ਅਸੀਂ ਰਹਿੰਦੇ ਸੀ, ਵਿਚਰਦੇ ਸੀ। ਆਮ ਤੌਰ ਤੇ ਜਿਹੜੇ ਸਾਡੇ ਰਸਮੋ ਰਿਵਾਜ ਆ ਉਹ ਉਸ ਇਲਾਕੇ ਤੱਕ ਹੀ ਸੀਮਤ ਰਹਿੰਦੇ ਸੀ। ਪਰ ਹੁਣ ਕਿਉਂਕਿ ਜਿਹੜਾ ਯੂਨੀਵਰਸਲ ਪਿੰਡ ਬਣ ਚੁੱਕਾ, ਹੁਣ ਸਾਡੇ ਵਿੱਚ ਜਿਹੜਾ ਦੇਖੋ, ਅਸੀਂ ਜਿੱਦਾਂ ਪਹਿਲਾਂ ਗੱਲ ਕੀਤੀ ਆ ਕਿ ਸਾਡੇ ਵਿੱਚ ਕਿਉਂਕਿ ਐਸਾ ਧਰਮ ਸ਼ਾਸਤਰ ਨਹੀਂ ਬਣਿਆ ਕਿ ਜਿਹਦੇ ਵਿੱਚ ਸਾਡੀਆਂ ਰਸਮੋ ਰਿਵਾਜਾਂ ਦਾ ਜਿਵੇਂ ਦੂਜਿਆਂ ਵਿੱਚ ਜ਼ਿਕਰ ਕੀਤਾ ਹੋਇਆ, ਸਾਡੇ ਵਿੱਚ ਉਹਦਾ ਵੇਰਵੇ ਨਾਲ ਵਰਣਨ ਕੀਤਾ ਹੋਵੇ। ਸਾਡੀ ਰਹਿਤ ਮਰਿਆਦਾ ਜ਼ਰੂਰ ਬਣੀ ਹੋਈ ਆ, ਪਰ ਰਹਿਤ ਮਰਿਆਦਾ ਵਿੱਚ ਕੋਈ ਵਿਸਥਾਰ ਨਾਲ ਇਹਨਾਂ ਗੱਲਾਂ ਦਾ ਜ਼ਿਕਰ ਨਹੀਂ ਕੀਤਾ ਹੋਇਆ। ਉੱਥੇ ਬਹੁਤ ਸੰਖੇਪ ਵਿੱਚ ਕੇਵਲ ਉਹਨਾਂ ਗੱਲਾਂ ਨੂੰ ਛੋਹਿਆ ਗਿਆ ਜਿਹੜੀਆਂ ਕਿ ਗੁਰਮਤਿ ਦੀ ਜੀਵਨ ਜਾਚ ਦਾ ਅੰਗ ਨਹੀਂ, ਉਹਦਾ ਹਿੱਸਾ ਨਹੀਂ। ਉਹਨਾਂ ਨੂੰ ਜ਼ਰੂਰ ਜੁਦਾ ਜੋ ਪ੍ਰਚਲਿਤ ਸੀ ਆ, ਚਾਹੇ ਉਹ ਲੋਕ ਰੀਤ ਸੀ, ਚਾਹੇ ਕੁੱਲ ਰੀਤ ਸੀ, ਉਹਨਾਂ ਦੀ ਮਨਾਹੀ ਕੀਤੀ ਹੋਈ ਆ। ਪਰ ਕੇਵਲ ਉਹਨਾਂ ਰੀਤਾਂ ਦੀ, ਰਸਮਾਂ ਦੀ ਜਿਹੜੀਆਂ ਕਿ ਗੁਰਮਤਿ ਦੀ ਮੁੱਢਲੀ ਜੋ ਜੀਵਨ ਜੁਗਤ ਆ ਉਹਨੂੰ ਖੰਡਨ ਕਰਦੀਆਂ, ਉਹਨੂੰ ਕੰਡੈਮ ਕਰਦੀਆਂ, ਉਹਨਾਂ ਨਾਲ ਉਹਨਾਂ ਦਾ ਟਕਰਾਅ, ਬਾਕੀ ਜਿਹੜੀਆਂ ਉਹਨਾਂ ਨੂੰ ਨਹੀਂ ਛੇੜਿਆ ਗਿਆ। ਉਹਦੇ ਵਿੱਚ ਦੇਖੋ ਜਦੋਂ ਅਸੀਂ ਇੱਕ ਥਾਂ ਤੋਂ ਦੂਜੇ ਥਾਂ ਗਏ ਤਾਂ ਅਸੀਂ ਆਪਣੀ ਜਿਹੜੀਆਂ ਰਸਮਾਂ ਸੀਗੀਆਂ, ਰਿਵਾਜ ਸੀਗੇ, ਕਈਆਂ ਨੇ ਤਾਂ ਆਪਣੀ ਕੁੱਲ ਰੀਤ ਵੀ ਲੈ ਆਂਦੀ, ਜਿਹੜੀ ਲੋਕ ਰੀਤ ਸੀ ਉਹ ਵੀ ਲੈ ਆਂਦੀ। ਜਿਵੇਂ ਉਦਾਹਰਨ ਵਿੱਚ ਦੇਖਦੇ ਅਸੀਂ ਜਿਹੜੇ ਆਪਾਂ ਇਹਨਾਂ ਕੰਟਰੀਆਂ ਵਿੱਚ ਆਏ ਆ, ਇਹਨਾਂ ਦੇਸ਼ਾਂ ਵਿੱਚ ਕੀ ਦੇਖਦੇ ਆ ਕਿ ਹੁਣ ਜਿਹੜੇ ਰਿਵਾਜ ਆ ਉਹ ਉਹਨਾਂ ਵਿੱਚ ਹੋਰ ਵਾਧਾ ਹੋ ਗਿਆ। ਜਿਵੇਂ ਵਿਆਹ ਸਮੇਂ ਬੱਚੀ ਜਿਹੜੀ ਆ ਉਹ ਬੁੱਕੇ ਲੈ ਕੇ ਹੱਥ ਵਿੱਚ ਆਉਂਦੀ ਆ, ਔਰ ਪਿਤਾ ਜਿਹੜਾ, ਮਾਂ ਪਿਓ ਜਿਹੜੇ ਉਹਨੂੰ ਨਾਲ ਲੈ ਕੇ ਅੰਦਰ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹੁੰਦੇ ਆ। ਪਰ ਇਹ ਸਾਡੇ ਹੱਸਿਆ ਪਿਛੋਕੜ ਜਿਹੜਾ ਸੀ ਉੱਥੇ ਵਿੱਚ ਐਸਾ ਨਹੀਂ ਸੀ। ਉੱਥੇ ਮੋਸਟਲੀ ਭਰਾ ਭੈਣਾਂ ਲੈ ਕੇ ਬੱਚੀ ਨੂੰ ਆਉਂਦੀਆਂ ਸੀਗੀਆਂ, ਪਰ ਇੱਥੇ ਜਿਹੜਾ ਬਕਾਇਦਾ ਇੱਕ ਨਿਯਮ ਬਣਾਇਆ ਗਿਆ। ਫਿਰ ਇਸ ਕਲਚਰ ਵਿੱਚੋਂ ਕਿ ਮੂਵੀਆਂ ਬਣਦੀਆਂ, ਹੁਣ ਜ਼ਿਆਦਾਤਰ ਜਿਹੜੇ ਆ ਉਹ ਗਾਈਡ ਕਰਦੇ ਆ ਕਿ ਤੁਸੀਂ ਹੁਣ ਆਹ ਸਟੈਪ ਪੁੱਟਣਾ, ਇਸ ਤਰ੍ਹਾਂ ਪੁੱਟਣਾ, ਇੰਜ ਕਰਨਾ, ਇੰਜ ਬੈਠਣਾ, ਇਹਨੇ ਬੈਠਣਾ, ਇਹਨੇ ਆਉਣਾ, ਬਕਾਇਦਾ ਉਹ ਜਿਹੜੀ ਸਾਰੀ ਤਰਤੀਬ ਬਣਾ ਕੇ ਉਹਨਾਂ ਦੇ ਸਾਹਮਣੇ ਰੱਖਦੇ ਆ। ਮਤਲਬ ਹੁਣ ਸਾਡੇ ਵੀ ਜਿਹੜਾ ਉਹ ਇੱਥੋਂ ਦੇ ਜੇ ਕਲਚਰ ਦਾ
ਪੱਛਮੀ ਕਲਚਰ ਆ ਉਹਦਾ ਵੀ ਕੁਝ ਅੰਸ਼ ਜਿਹੜਾ ਉਹ ਸਾਡੇ ਵੀ ਸ਼ਾਮਲ ਹੋ ਗਿਆ। ਠੀਕ। ਇਹ ਜਿਹੜਾ ਲੋਕ ਰੀਤ ਜਿਹਨੂੰ ਆਪਾਂ ਕਹਿੰਦੇ ਆ ਇਹਦੇ ਵਿੱਚ ਹੁਣ ਇਹ ਨਵਾਂ ਸ਼ਾਮਲ ਹੋ ਗਿਆ। ਫਿਰ ਪਹਿਲਾਂ ਸੀਗਾ ਜਿਸ ਤਰ੍ਹਾਂ ਪੰਜਾਬ ਦੀ ਗੱਲ ਕਰੀਏ, ਜਿਹੜਾ ਹੁਣ ਆਪਾਂ ਮੌਜੂਦਾ ਪੰਜਾਬ ਆ, ਮਾਲਵਾ, ਮਾਝਾ, ਦੁਆਬਾ, ਖਾਸ ਤੌਰ ਤੇ ਜਿਹੜੇ ਇਹ ਇਲਾਕੇ ਆ, ਮਾਝੇ ਦੇ ਆਪਣਾ ਰਸਮੋ ਰਿਵਾਜ ਸੀ, ਦੁਆਬੇ ਦੇ ਕੁਝ ਆਪਣੇ ਸੀ, ਮਾਲਵੇ ਦੇ ਆਪਣੇ ਸੀ। ਹੁਣ ਇੱਥੇ ਦੇਖੋਗੇ ਤੁਸੀਂ ਸਾਰਿਆਂ ਦਾ ਮਿਲ ਗੋਭਾ ਬਣਿਆ ਹੋਇਆ, ਜਿਵੇਂ ਜਾਗੋ ਕੱਢਦੇ ਆ। ਇਹ ਆਸਤੇ ਆਸਤੇ ਕੀ ਆ ਕਿ ਅਸੀਂ ਦੂਜਿਆਂ ਦੇ ਵੀ ਜਿਹੜੇ ਆ ਉਹ ਇੱਕ ਦੂਜੇ ਦੇ ਅਸੀਂ ਅਪਣਾ ਲਏ। ਇਸ ਲਈ ਦਿਨੋਂ ਦਿਨ ਜਿਹੜੇ ਇਹ ਰਸਮੋ ਰਿਵਾਜ ਆ ਇਹ ਵੱਧਦੇ ਜਾ ਰਹੇ ਆ। ਜਿਹੜਾ ਧਾਰਮਿਕ ਰੀਤ ਆ ਉਹ ਤਾਂ ਸਾਰਿਆਂ ਲਈ ਇੱਕੋ ਆ, ਪਰ ਸਾਡੇ ਵਿੱਚ ਬਹੁਤ ਕੁਝ ਐਸਾ ਪ੍ਰਚਲਿਤ ਹੋ ਗਿਆ ਕਿ ਜਿਹਦਾ ਸਾਡੇ ਜਿਹੜਾ ਸਿੱਖੀ ਰੋਹ ਰੀਤ ਆ ਉਹਦੇ ਨਾਲ ਉਹਦਾ ਕੋਈ ਲੈਣ ਦੇਣ ਨਹੀਂ। ਜਿਹੜਾ ਕਿਸੇ ਸਮੇਂ ਜਿਹੜਾ ਸੀਗਾ ਉਹ ਇੱਕ ਵਹਿਮ ਸੀ, ਇੱਕ ਸੁਪਰਸਟੀਸ਼ਨ ਕਾਰਨ ਪ੍ਰਚਲਿਤ ਹੋਇਆ ਸੀ, ਜਿਵੇਂ ਗਾਣਾ ਬਣਨਾ। ਹੁਣ ਅਸੀਂ ਸਾਰੇ ਜਿਹੜੇ ਆ ਸਿੱਖ ਪਰਿਵਾਰਾਂ ਦੇ ਬੱਚੇ ਵੀ ਵਿਆਹ ਸਮੇਂ ਉਹਨਾਂ ਨੂੰ ਬਣਦੇ ਆ, ਉਹਦੇ ਪਿੱਛੇ ਕਾਰਨ ਕੀ ਸੀਗਾ? ਕਾਰਨ ਸੀਗਾ ਕਿ ਉਹ ਮੰਤਰਾਂ ਦਾ ਜਾਪ ਕਰਦੇ ਹੋਏ ਆ ਉਹ ਧੱਗ ਡੋਰੀ ਬੰਨ੍ਹ ਦਿੰਦੇ ਸੀ ਕਿ ਇਹਦੇ ਨਾਲ ਜਿਹੜੀਆਂ ਬਦਰੂਹਾਂ ਹੈਗੀਆਂ ਉਹ ਉਸ ਬੰਦੇ ਦੇ ਨੇੜੇ ਨਹੀਂ ਆਉਣਗੀਆਂ। ਫਿਰ ਇਹ ਵੀ ਸੀਗਾ ਕਿ ਬੱਚਾ ਇਸ ਲਈ ਉਹਨੂੰ ਬਾਹਰ ਅੰਦਰ ਨਹੀਂ ਸੀ ਜਾਣ ਦਿੰਦੇ। ਫਿਰ ਸਰਬਾਲਾ ਹੁੰਦਾ ਸੀ, ਉਹ ਇਕੱਲਿਆਂ ਬੱਚੀ ਨੂੰ ਜਾਂ ਬੱਚੇ ਨੂੰ ਨਹੀਂ ਸੀ ਜਾਣ ਦਿੰਦੇ। ਉਹਦੇ ਪਿੱਛੇ ਕਾਰਨ ਆਸਤੇ ਆਸਤੇ ਜੇਕਰ ਹੁਣ ਜਿਹੜਾ ਉਹ ਰਸਮ ਨਿਭਾਈ ਜਾਂਦੀ ਹੈ, ਪਰ ਪਤਾ ਕਿਸੇ ਨੂੰ ਨਹੀਂ ਹੁੰਦਾ ਵੀ ਇਹ ਕਿਉਂ ਬੰਨਿਆ ਜਾਂਦਾ। ਈਵਨ ਜਦੋਂ ਕਈ ਵਾਰ ਅਸੀਂ ਸਿੱਖ ਪਰਿਵਾਰਾਂ 'ਚ ਦੇਖਦੇ ਹਾਂ ਕਿ ਈਵਨ ਜਦੋਂ ਅਖੰਡ ਪਾਠ ਵਗੈਰਾ ਕਰਾਉਂਦੇ ਆ ਜਾਂ ਲੰਗਰ ਕਰਾਉਂਦੇ ਆ ਤਾਂ ਉਹ ਵੀ ਹੱਥੋਂ ਤੇ ਇਸ ਤਰ੍ਹਾਂ ਮੌਲੀਆਂ ਬੰਨ ਲੈਂਦੇ ਆ। ਇਹ ਸਾਡਾ ਸਿੱਖ ਸੱਭਿਆਚਾਰ ਦਾ ਕੋਈ ਹਿੱਸਾ ਨਹੀਂ। ਸਾਡੇ ਵੀ ਇਸ ਲਈ ਜਿਹੜਾ ਸਿੱਖ ਰਹਿਤ ਮਰਿਆਦਾ ਜਿੰਨਾ ਕੁ ਉਹਦੇ ਵਿੱਚ ਦਿੱਤਾ ਹੋਇਆ, ਉਹਦੇ ਵਿੱਚ ਲਈ ਗਾਣਾ ਬੰਨਣ ਦੀ ਜਿਹੜੀ ਉਹਨਾਂ ਨੇ ਇਹਨੂੰ ਮਨਮਤ ਕਰਾਰ ਦਿੱਤਾ ਹੋਇਆ। ਜਿਹੜਾ ਮਹਿੰਦੀ ਦੀ ਰਸਮ ਆ ਇਹ ਹੁਣ ਅਰਬ ਕੰਟਰੀਆਂ 'ਚੋਂ ਆਈ ਆ, ਪਰ ਹੁਣ ਜਿਹੜਾ ਇਹ ਹਿੱਸਾ ਬਣ ਗਿਆ ਸਾਡੇ ਕਲਚਰ ਦਾ ਵੀ। ਸਾਨੂੰ ਜਿਹੜਾ ਹੁਣ ਉਹ ਜਿਹੜੇ ਕਾਰਨ ਸੀਗੇ ਉਹ ਕਾਰਨ ਅਲੋਪ ਹੋ ਗਿਆ, ਇੱਕ ਫੈਸ਼ਨ ਪ੍ਰਸਤੀ ਦਾ ਹਿੱਸਾ ਬਣ ਗਿਆ। ਬਹੁਤ ਸਾਰੀਆਂ ਰਸਮਾਂ ਜਿਹੜੀਆਂ ਜਿਨ੍ਹਾਂ ਪਿੱਛੇ ਬਕਾਇਦਾ ਇੱਕ ਵਹਿਮ ਸੀ, ਭਰਮ ਸੀ, ਅਗਿਆਨਤਾ ਵੀ ਸੀ, ਉਹ ਜਿਹੜੀਆਂ ਅੱਜ ਜਿਹੜੀਆਂ ਉਹ ਇੱਕ ਰਸਮ ਦਾ ਰੂਪ ਧਾਰਨ ਕਰ ਗਈਆਂ। ਭਾਵੇਂ ਉਹਨਾਂ ਦਾ ਜੋ ਕਾਰਨ ਆ ਉਹ ਸਾਨੂੰ ਨਹੀਂ ਪਤਾ ਕਿ ਕਿਉਂ ਸ਼ੁਰੂ ਹੋਈਆਂ, ਪਰ ਇੱਕ ਫੈਸ਼ਨ ਦੇ ਤੌਰ ਤੇ ਸਾਡੇ ਸਮਾਜ ਨੇ ਵੀ ਉਹਨਾਂ ਨੂੰ ਅਪਣਾ ਲਿਆ। ਔਰ ਫਿਰ ਦੇਖੋ ਜਿਹੜਾ ਤੁਹਾਡਾ ਧਰਮ ਸ਼ਾਸਤਰ ਆ ਉਹਦੇ ਵਿੱਚ ਸ਼ਰਾਬ ਦੀ ਮਨਾਹੀ ਆ, ਪਰ ਐਸਾ ਸਾਡੇ ਵਿੱਚ ਕੋਈ ਇੱਕ ਪਰਿਵਾਰ ਦਾ ਹੋਊਗਾ ਕਿ ਜਿਸ ਆਨੰਦ ਵਿੱਚ ਵਿਆਹ ਵਿੱਚ ਸ਼ਰਾਬ ਦੀ ਵਰਤੋਂ ਨਾ ਹੋਵੇ। ਨਹੀਂ ਤਾਂ ਹਰ ਆਨੰਦ ਜਿਹੜਾ ਉਹ ਸ਼ਰਾਬ ਦੀ ਖੁੱਲ੍ਹੀ ਵਰਤੋਂ ਹੁੰਦੀ ਆ। ਇਹ ਸਾਡੇ ਸਿੱਖ ਸੱਭਿਆਚਾਰ ਦਾ ਹਿੱਸਾ ਨਹੀਂ। ਇਹ ਜਿਹੜੀ ਸੀ ਲੋਕ ਰੀਤ ਸੀ ਜਾਂ ਕਈਆਂ ਨੇ ਕੁੱਲ ਜਿਹਨਾਂ ਵਿੱਚ ਜਿਹੜਾ ਸਵੀਕਾਰ ਕੀਤਾ ਗਿਆ ਸੀ ਉਹਨੂੰ ਸਵੀਕਾਰ ਕੀਤਾ ਹੋਇਆ। ਤੇ ਸਾਨੂੰ ਇਹ ਜਿਹੜਾ ਫਰਕ ਆ ਇਹ ਸਮਝਣ ਦੀ ਲੋੜ ਆ ਕਿ ਅਸੀਂ ਜ਼ਿਆਦਾਤਰ ਕੀ ਆ ਕਿ ਜਿਹੜਾ ਪੰਜਾਬੀ ਕਲਚਰ ਆ, ਅਸੀਂ ਪੰਜਾਬੀ ਕਲਚਰ ਨੂੰ ਹੀ ਸਿੱਖ ਕਲਚਰ ਮੰਨ ਕੇ ਤੁਰ ਰਹੇ ਹਾਂ। ਜਿਸ ਕਾਰਨ ਪੰਜਾਬੀ ਕਲਚਰ ਵਿੱਚ ਜੋ ਕੁਝ ਪ੍ਰਚਲਿਤ ਸੀ ਇਹ ਪ੍ਰਚਲਿਤ ਗੁਰੂ ਸਾਹਿਬਾਨ ਦੇ ਆਉਣ ਤੋਂ ਪਹਿਲਾਂ ਪ੍ਰਚਲਿਤ ਸੀ, ਪਰ ਜਦੋਂ ਉਹਨਾਂ ਨੇ ਸਿੱਖੀ ਨੂੰ ਅਪਣਾਇਆ ਸਾਡੇ ਬਜ਼ੁਰਗਾਂ ਨੇ, ਉਹਨਾਂ ਨੇ ਬਹੁਤ ਸਾਰੇ ਇਹਨਾਂ ਤੋਂ ਆਪਣਾ ਖਹਿੜਾ ਛੁਡਾ ਲਿਆ, ਸਿੰਪਲੀਫਾਈ ਕੀਤਾ। ਪਰ ਸਾਡੇ ਵੀ ਜਿਹੜਾ ਉਹ ਅਸੀਂ ਫਿਰ ਦੁਬਾਰਾ ਜਿਹੜੇ ਆ ਮੁੜ ਕੇ ਉਹਨਾਂ ਹੀ ਟੋਇਆਂ ਵਿੱਚ ਡਿੱਗੇ ਹੋਏ ਆ। ਤੇ ਜਿਹੜਾ ਲੋਕ ਰੀਤ ਆ, ਕੁੱਲ ਰੀਤ ਆ, ਕਈਆਂ ਵੀ ਜਿਹੜਾ ਅੱਜ ਮਹਿੰਦੀ ਆਮ ਤੌਰ ਤੇ ਵਿਆਹ ਵਿੱਚ ਲਾਉਂਦੇ ਆ, ਪਰ ਕਈ ਐਸੇ ਸਿੱਖ ਪਰਿਵਾਰ ਆ ਜਿਹੜੇ ਮਹਿੰਦੀ ਦੀ ਵਰਤੋਂ ਨਹੀਂ ਕਰਦੇ, ਮਹਿੰਦੀ ਨਹੀਂ ਲਾਉਂਦੇ, ਨਾ ਹੀ ਉਹ ਗਾਣਾ ਬਣਦੇ ਆ। ਪਰ ਜ਼ਿਆਦਾਤਰ ਕੀ ਆ ਕਿ ਅਸੀਂ ਜਿਹੜੀ ਲੋਕ ਰੀਤ ਆ, ਅਸੀਂ ਲੋਕ ਰੀਤ ਨੂੰ ਹੀ ਅਪਣਾਇਆ ਹੋਇਆ। ਸਾਡੇ ਵਿੱਚ ਜੇਕਰ ਜਿਸ ਤਰ੍ਹਾਂ ਦੂਜਿਆਂ ਵਿੱਚ ਆਪਾਂ ਗੱਲ ਕੀਤੀ ਆ, ਧਰਮ ਸ਼ਾਸਤਰ ਜਿਹੜੇ ਆ ਉਹ ਬਣੇ ਹੋਏ ਆ, ਸਾਡੇ ਵਿੱਚੋਂ ਕਿ ਸਿੱਖੀ ਵਿੱਚ ਇਸ ਤਰ੍ਹਾਂ ਦਾ ਵਿਸ਼ਵਾਸ ਨਹੀਂ। ਪਰ ਉਹਦਾ ਜਿਹੜਾ ਇੱਕ ਨੈਗੇਟਿਵ ਪੱਖ ਇਹ ਆ ਕਿ ਅਸੀਂ ਜਿੱਥੇ ਵੀ ਗਏ, ਅਸੀਂ ਜੋ ਆਪਣਾ ਸੀ ਉਹ ਤਾਂ ਨਾਲ ਲੈ ਗਏ, ਅਸੀਂ ਜਿੱਥੇ ਗਏ ਉਹਨਾਂ ਦਾ ਵੀ ਉਹ ਅਡਾਪਟ ਕਰ ਲਿਆ, ਉਹ ਵੀ ਗ੍ਰਹਿਣ ਕਰ ਲਿਆ। ਅਸੀਂ ਜਿਹੜਾ ਮਿਲਗੋਬਾ ਜਿਹਾ ਬਣਾ ਲਿਆ, ਸਾਡੀ ਆਪਣੀ ਜਿਹੜੀ ਪਹਿਚਾਣ ਆ ਉਹ ਪਹਿਚਾਣ ਹੀ ਗਵਾਚ ਗਈ। ਤੇ ਜਿਵੇਂ ਪਹਿਲਾਂ ਇਸ਼ਾਰਾ ਕੀਤਾ ਕਿ ਸਾਡੇ ਵਿੱਚ ਲੋਕ ਰੀਤ, ਕੁੱਲ ਰੀਤ ਦੀ ਇੰਨੀ ਜ਼ਿਆਦਾ ਪ੍ਰਧਾਨਤਾ
ਕਿ ਸਾਡੀ ਜਿਹੜੀ ਧਾਰਮਿਕ ਰੀਤ ਆ ਉਹ ਜਿਹੜੀ ਆ ਉਹ ਕੇਵਲ ਨਾਮਾਤਰ ਰਹਿ ਗਈ ਆ। ਜ਼ਿਆਦਾਤਰ ਸਾਡੇ ਵਿੱਚ ਇਹਨਾਂ ਦੀ ਦੋਵਾਂ ਦੀ ਹੀ ਪ੍ਰਧਾਨਤਾ। ਉਹ ਸਾਨੂੰ ਜਿਹੜਾ ਇਹ ਗੱਲ ਫਰਕ ਸਮਝ ਕੇ ਸਾਨੂੰ ਜਿਹੜੀਆਂ ਗੁਰਮਤਿ ਦੀਆਂ ਕਦਰੋ ਕੀਮਤਾਂ ਉਹਨਾਂ ਨੂੰ ਅਪਣਾਉਣ ਦੀ ਲੋੜ ਆ, ਤਾਂ ਕਿ ਅਸੀਂ ਸਹੀ ਅਰਥਾਂ ਵਿੱਚ ਸਿੱਖ ਕਹਾਉਣ ਦੇ ਜਿਹੜੇ ਹੱਕਦਾਰ ਆ ਉਹ ਬਣ ਸਕੀਏ। ਸਾਡੇ ਵਿੱਚ ਇੱਕ ਗੱਲ ਹੋਰ ਆ, ਦੇਖੋ ਕਿ ਵਿਆਹੁਤਾ ਜਿਹੜੀ ਬੱਚੀ ਆ, ਦੂਜਿਆਂ ਵਿੱਚ ਬਕਾਇਦਾ ਉਹਦਾ ਇੱਕ ਲੱਛਣ ਆ, ਜਿਵੇਂ ਹਿੰਦੂ ਵੀਰਾਂ ਵਿੱਚ ਜਿਹੜੀ ਵਿਆਹੁਤਾ ਬੱਚੀ ਆ ਉਹ ਸੰਧੂਰ ਲਾਉਂਦੀ ਆ ਜਾਂ ਮੰਗਲ ਸੂਤਰ ਆਪਣੇ ਗਲ 'ਚ ਪਹਿਨਦੀ ਆ, ਪਰ ਸਾਡੇ ਵਿੱਚ ਐਸਾ ਕੁਝ ਨਹੀਂ ਸੀ। ਪਰ ਕਿਉਂਕਿ ਸਾਡੇ ਵਿੱਚ ਜਿਵੇਂ ਪਹਿਲਾਂ ਮੈਂਸ਼ਨ ਕੀਤਾ ਕਿ ਸਵਾਏ ਲਾਵਾਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਪ੍ਰਭੂ ਅੱਗੇ ਅਰਦਾਸ ਕਰਨ ਤੋਂ ਬਿਨਾਂ ਹੋਰ ਜੋ ਕੁਝ ਵੀ ਆ ਅਸੀਂ ਉਹ ਦੂਜਿਆਂ ਦਾ ਹੀ ਅਪਣਾਇਆ ਹੋਇਆ। ਇਹ ਸਾਨੂੰ ਭਾਵੇਂ ਦੇ ਸੁਣਨ ਨੂੰ ਬੜਾ ਅਜੀਬ ਲੱਗੂਗਾ, ਪਰ ਇਹ ਜ਼ਮੀਨੀ ਹਕੀਕਤ ਆ ਕਿ ਬਾਕੀ ਜੋ ਕੁਝ ਵੀ ਆ ਉਹ ਅਸੀਂ ਖਾਸ ਤੌਰ ਤੇ ਜਿਹੜਾ ਉਹ ਹਿੰਦੂ ਵੀਰਾਂ ਦਾ ਅਪਣਾਇਆ। ਜੇ ਬਾਹਰ ਆਇਆ ਤਾਂ ਅਸੀਂ ਕ੍ਰਿਸਚੈਨਿਟੀ ਦਾ ਅਪਣਾ ਲਿਆ। ਪਹਿਲਾਂ ਜਿਹੜਾ ਸੀ ਖਾਸ ਤੌਰ ਤੇ ਭਾਰਤ ਵਿੱਚ ਅਸੀਂ ਜੋ ਮੁਸਲਮਾਨਾਂ ਦਾ ਸੀ ਉਹਨਾਂ ਦੇ ਵਿੱਚ ਕੋਈ ਅਪਣਾ ਲਿਆ। ਸਾਡਾ ਮਿਲਗੋਬਾ ਜਿਹਾ ਇਸ ਸਮੇਂ ਲੋਕ ਰੀਤ ਅਤੇ ਜਿਹੜੀ ਕੁਲ ਰੀਤ ਆ ਉਹ ਇਹਨਾਂ ਦੀ ਹੀ ਜਿਹੜੀ ਪ੍ਰਧਾਨਤਾ ਔਰ ਮਿਲਗੋਬਾ ਜਿਹਾ ਬਣ ਗਿਆ ਹੋਇਆ ਜੀ। ਅਗਲਾ ਸਵਾਲ ਸਾਡੇ ਕੋਲ ਇੱਕ ਆਇਆ, ਜਦੋਂ ਆਨੰਦ ਕਾਰਜ ਹੋ ਰਿਹਾ ਹੁੰਦਾ ਸ਼ੁਰੂ ਕਰਦੇ ਆ ਉਦੋਂ ਇੱਕ ਅਰਦਾਸ ਪਹਿਲੇ ਕੀਤੀ ਜਾਂਦੀ ਹੈ ਜਿਹਦੇ ਵਿੱਚ ਲੜਕੀ ਦੀ ਤੇ ਲੜਕਾ ਤੇ ਦੋਨਾਂ ਦੇ ਮਾਤਾ ਪਿਤਾ ਨੂੰ ਖੜਾ ਕੀਤਾ ਜਾਂਦਾ। ਕਈ ਥਾਂ ਤੇ ਉਹ ਕਹਿੰਦੇ ਜੀ ਇਹ ਗੁਪਤ ਅਰਦਾਸ ਕਰਨੀ ਹੈ, ਕਈ ਥਾਂ ਤੇ ਉਹ ਅਨਾਉਂਸ ਕਰਕੇ ਕਰਦੇ ਆ। ਜਦ ਅਰਦਾਸ ਕਰ ਰਹੇ ਆ ਤੇ ਸਾਰਿਆਂ ਦਾ ਜਿਹੜੀ ਬਾਕੀ ਸੰਗਤ ਆ ਉਹਨੂੰ ਬੈਠੇ ਰਹਿਣ ਦੇਣਾ ਤੇ ਉਹ ਪਾਰਟਿਕੂਲਰ ਉਹਨਾਂ ਨੂੰ ਖੜੇ ਕਰਕੇ ਕਰਨਾ, ਕੀ ਇਹ ਜਿਹੜਾ ਕੰਮ ਹੈ ਇਹ ਗੁਰਮਤਿ ਅਨੁਸਾਰ ਹੈ ਕਿ ਗੁਪਤ ਹੈ? ਤੇ ਇਹ ਦੋ ਕੁਐਸਚਨ ਇਹਦੇ ਆ ਕਿ ਗੁਪਤ ਹੋਣੀ ਚਾਹੀਦੀ ਹੈ ਕਿ ਓਪਨ ਹੋਣੀ ਚਾਹੀਦੀ ਹੈ, ਤੇ ਕੀ ਸਾਰਿਆਂ ਲਈ ਹੋਣੀ ਚਾਹੀਦੀ ਹੈ ਕਿ ਸਿਰਫ ਉਹਨਾਂ ਲਈ ਪਾਰਟਿਕੂਲਰ ਹੋਣੀ ਚਾਹੀਦੀ? ਦੇਖੋ, ਜਿੱਥੇ ਤੱਕ ਗੁਪਤ ਜਾਂ ਜ਼ਾਹਰਾ ਤੌਰ ਤੇ ਕਰਨ ਦੀ ਗੱਲ ਆ, ਜਿਹੜੀ ਸਿੱਖ ਰਹਿਤ ਮਰਿਆਦਾ ਉਹਦੇ ਵਿੱਚ ਇਸ ਗੱਲ ਦਾ ਕੋਈ ਮੈਂਸ਼ਨ ਨਹੀਂ ਕੀਤਾ ਹੋਇਆ ਕਿ ਅਰਦਾਸ ਜਿਹੜੀ ਆ ਉਹ ਗੁਪਤ ਕਰਨੀ ਆ। ਹਾਂ, ਜਿਹੜੇ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਆ ਉਹਨਾਂ ਨੇ ਜਿਹੜੀ ਸਿੱਖ ਰਹਿਤ ਮਰਿਆਦਾ ਬਣਾਈ ਲਿਖੀ ਹੋਈ ਆ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਗੁਪਤ ਅਰਦਾਸ ਕੀਤੀ ਜਾਏ, ਔਰ ਇਸ ਦੇ ਨਾਲ ਨਾਲ ਉਹਨਾਂ ਨੇ ਲਿਖਿਆ ਕਿ ਦੋਵਾਂ ਧਿਰਾਂ ਦੇ ਪਿਤਾ ਖੜੇ ਹੋਣ। ਉੱਥੇ ਮਾਂ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ। ਠੀਕ, ਉਹ ਬਹੁਤ ਸਾਰੇ ਚੌਂਕੇ ਜਿਹੜੇ ਆ ਉਸ ਉਹਨਾਂ ਨੂੰ ਮੰਨਣ ਵਾਲੇ ਆ, ਇਸ ਕਰਕੇ ਉਹਨਾਂ ਦਾ ਤਰਕ ਆ ਕਿ ਉਹਨਾਂ ਨੇ ਲਿਖਿਆ ਆ ਕਿ ਗੁਪਤ ਅਰਦਾਸ ਕਰਨੀ, ਇਸ ਲਈ ਗੁਪਤ ਕਰਨੀ ਚਾਹੀਦੀ ਆ। ਪਰ ਸਿੱਖ ਰਹਿਤ ਮਰਿਆਦਾ ਵਿੱਚ ਗੁਪਤ ਦਾ ਕੋਈ ਜ਼ਿਕਰ ਨਹੀਂ। ਔਰ ਦੂਜੀ ਗੱਲ ਜਿਹੜੀ ਆ, ਇਸ ਗੱਲ ਦਾ ਪ੍ਰਮਾਣ ਆ ਕਿ ਜਿਹੜੀ ਅਰਦਾਸ ਆ ਇਹ ਉਹਨਾਂ ਸੱਜਣਾ ਲਈ ਜਿਨ੍ਹਾਂ ਦਾ ਵਿਸ਼ੇਸ਼ ਕਾਰਜ ਆ, ਜੇ ਉਹਨਾਂ ਲਈ ਅਰਦਾਸ ਕਰਨੀ ਆ ਉਸ ਸਮੇਂ ਤਾਂ ਉਸ ਸਮੇਂ ਸਾਰੀ ਸੰਗਤ ਦਾ ਖੜੇ ਹੋਣਾ ਜ਼ਰੂਰੀ ਨਹੀਂ। ਪਰ ਕਈ ਥਾਈਂ ਜਿੱਥੇ ਖਾਸ ਤੌਰ ਤੇ ਮੈਨੂੰ ਯਾਦ ਆ ਕਲਕੱਤੇ ਵਿੱਚ ਇੱਕ ਗੁਰਦੁਆਰਾ ਸਾਹਿਬ ਜਿੱਥੇ ਸੰਗਤ ਤਾਂ ਬਹੁਤ ਜਾਂਦੀ ਸੀ ਪਰ ਜਗ੍ਹਾ ਥੋੜੀ ਸੀ, ਉੱਥੇ ਅਰਦਾਸ 5-10 ਮਿੰਟਾਂ ਬਾਅਦ ਕੋਈ ਨਾ ਕੋਈ ਅਰਦਾਸ ਕਰਾਉਣ ਲਈ ਪਰਿਵਾਰ ਆ ਜਾਂਦਾ ਸੀਗਾ। ਜਿਹੜੇ ਦਫ਼ਤਰ ਵਿੱਚ ਬੈਠੇ ਸੱਜਣ ਉਹ ਬੜੇ ਔਖੇ ਸੀ ਕਿਉਂਕਿ ਹਰ 5 ਮਿੰਟਾਂ ਬਾਅਦ ਉਹਨੂੰ ਕੰਮ 'ਤੇ ਖੜਾ ਹੋਣਾ ਪੈਂਦਾ ਸੀ। ਮੈਨੂੰ ਕੋਈ ਜਾਣ ਦਾ ਮੌਕਾ ਮਿਲਿਆ ਤਾਂ ਉਹ ਕਹਿਣ ਲੱਗੇ ਅਸੀਂ ਬੜੇ ਪਰੇਸ਼ਾਨ ਆ ਕਿ ਹਰ 5-10 ਮਿੰਟ ਅਸੀਂ ਰਸੀਦ ਕੱਢਣੀ ਹੁੰਦੀ ਆ, ਹਿਸਾਬ ਕਿਤਾਬ ਕਰ ਰਹੇ ਨੇ, ਅਰਦਾਸ ਹੁੰਦੀ ਖੜੇ ਹੋਣਾ ਪੈਂਦਾ। ਤੇ ਮੈਂ ਉਹਨੂੰ ਦੱਸਿਆ ਵੀ ਸਾਡੀ ਰਹਿਤ ਮਰਿਆਦਾ ਵੀ ਜਿਹੜਾ ਇਹ ਪੱਖ ਆ ਉਹ ਬੜਾ ਸਪਸ਼ਟ ਆ ਕਿ ਜਦੋਂ ਕਿਸੇ ਵਿਅਕਤੀਗਤ ਵੱਲੋਂ ਅਰਦਾਸ ਆ ਉਦੋਂ ਸਾਰੀ ਸੰਗਤ ਦਾ ਖੜੇ ਹੋਣਾ ਜ਼ਰੂਰੀ ਨਹੀਂ। ਉਸ ਸਮੇਂ ਜਿਹੜੇ ਸੰਬੰਧਿਤ ਸੱਜਣ ਆ ਉਹੀ ਖੜੇ ਹੋਣ। ਤੋ ਇਸੇ ਦੋਵੇਂ ਧਿਰਾਂ ਜਿਹੜੀਆਂ ਉਸ ਸਮੇਂ ਖੜੀਆਂ ਹੁੰਦੀਆਂ। ਔਰ ਜੇਕਰ ਗੁਪਤ ਕਰੀਏ ਤਾਂ ਵੀ ਜਿਹੜੇ ਸੰਗਤਾਂ ਬੈਠੀਆਂ ਉਹਨਾਂ ਨੂੰ ਤਾਂ ਪਤਾ ਅਰਦਾਸ ਹੋ ਰਹੀ ਆ। ਕਈ ਸੱਜਣਾ ਤਰਕਾ ਜੀ ਅਰਦਾਸ ਦੀ ਨਰਾਦਰੀ ਆ, ਪਰ ਜਿਹੜੀ ਬਾਕੀ ਸੰਗਤ ਬੈਠੀ ਉਹਨਾਂ ਨੂੰ ਤਾਂ ਪਤਾ ਵੀ ਅਰਦਾਸ ਹੋ ਰਹੀ ਆ। ਤੋ ਇਸ ਲਈ ਇਹਦੇ ਵਿੱਚ ਜਿਹੜਾ ਗੁਪਤ ਵਾਲਾ ਸਾਡਾ ਕੋਈ ਸੰਕਲਪ ਨਹੀਂ, ਕਿਉਂਕਿ ਜਿਹੜੇ ਉਹਨਾਂ ਨੂੰ ਸਵੀਕਾਰ ਕਰਦੇ ਆ ਵਿਸ਼ਵਾਸ ਉਹਨਾਂ ਦਾ ਆਪਣਾ ਬਲੀਫ ਸਿਸਟਮ ਬਣਿਆ ਹੋਇਆ। ਪਰ ਸਿੱਖ ਰਹਿਤ ਮਰਿਆਦਾ ਵਿੱਚ ਗੁਪਤ ਅਰਦਾਸ ਦਾ ਕੋਈ ਸੰਕਲਪ ਨਹੀਂ। ਠੀਕ, ਥੈਂਕ ਯੂ। ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਸੰਕੋਚਦੇ ਹਾਂ। ਸੋ ਜੇ ਕਿਸੇ ਨੂੰ ਕੋਈ ਹੋਰ ਕੁਐਸਚਨ ਹੋਣ ਤਾਂ ਬਿਲਕੁਲ ਕਮੈਂਟਸ ਵਿੱਚ ਜ਼ਰੂਰ ਲਿਖੋ। ਅਸੀਂ ਇਸ ਵਿੱਚ ਜ਼ਰੂਰ ਸਾਰਿਆਂ ਦੀ ਸ਼ਲਾਘਾ ਕਰਦੇ ਹਾਂ। ਲਾਈਕ ਕਰੋ, ਸ਼ੇਅਰ ਕਰੋ। ਸੋ ਮੈਂ ਭਾਈ ਸਾਹਿਬ ਦਾ ਬਹੁਤ ਬਹੁਤ ਥੈਂਕਸ ਕਰਦਾ ਹੋਇਆ ਅਸੀਂ ਅੱਜ ਦੀ ਵੀਡੀਓ ਇੱਥੇ ਸੰਕੋਚਦੇ ਹੋਏ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।